मैनेजमेंट द्वारा ना ही प्रिंसीपल द्वारा साडी कोई गल नहीं सुनदा नहीं कार्रवाई करनी चाहिए ਉਹਦੇ ਤੇ ਜਿਹੜੀ ਕਾਰਵਾਈ ਕਰਦੇ ਉਹ ਚੱਲ ਰਹੀ ਹੈ ਸਾਡੇ ਮੇਨ ਉਹਨਾਂ ਤੋਂ ਪੁੱਛੋ ਉਹ ਤਾਂ ਕਹਿੰਦੇ ਯੂਆਰ ਰੋਂਗ ਤਾਂ ਬਸ ਉਹ ਤਾਂ ਸਾਡੇ ਪ੍ਰਿੰਸੀਪਲ ਸਾਡੇ ਸਾਹਮਣੇ ਨਹੀਂ ਹੁੰਦਾ ਸਾਡੀ ਗੱਲ ਨਹੀਂ ਸੁਣਦਾ ਸਾਡੀ ਪ੍ਰਿੰਸੀਪਲ ਡੀਜੀਐਫ ਮੈਨੇਜਮੈਂਟ ਮੁਰਦਾਬਾਦ 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 ਪ੍ਰਿੰਸੀਪਲ ਸਰ ਸਾਡੇ ਕੋਲ ਸਾਹਮਣੇ ਪੇਸ਼ ਕਰੋ 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 ਪੇਸ਼ ਗੁੰਡੀ ਮੈਨੇਜਮੈਂਟ ਜਿੰਦਾਬਾਦ ਮੁਰਦਾਬਾਦ हाँ साढ़े ना की कोऑपरेट है सारा कुछ कोई साढ़े सब्जेक्ट करो किसी को कंप्लेंट करो कोई कंप्लेंट नहीं सुनता ये कोई तरीका नहीं बीबी गात्रे ना पाड़ दो बीबी गात्रे नु हाथ ना पाओ ओ बीर जी ਅਸੀਂ ਰੋਕਦੇ ਆ ਅਸੀਂ ਤਾਂ ਰੋਕਦੇ ਆ ਹਾਥ ਨਾ ਪਾਓ ਆਏ ਨਹੀਂ ਕਹੋ ਛੱਡਿਆ ਨਹੀਂ धार्मिक मुद्दा नहीं बनाना नहीं पैंदा नहीं पैंदा नहीं धार्मिक मुद्दा हो गया हमें पता है डीएसपी बनाना धार्मिक मुद्दा नहीं बनाना मुर्दाबाद 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 सारे मर गए हाय हाय गोल कचौर हाय 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 प्रिंसिपल ने साडे सामने पेश करो पेश करो रोती हाय हाय सिखन रोती हाय हाय बच्चे ने कड़े लवाते ने हाय 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 कातरे दे कातरे दे नाम ने हाय 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 खाटा इन्हां दा गुरबचन सिंह ने फ्री जायदाद ਦਿੱਤੀ ਫਿਰਦੇ ਹਾਏ 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 ਕੋਈ ਨਹੀਂ ਜਾਉਂਦਾ ਗੁੰਡੀ ਮੈਨੇਜਮੈਂਟ ਮੁਰਦਾਬਾਦ 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 ਗੋਲ ਕਚੌਰ ਹਾਏ 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 ਕਦੇ ਕੱਲ ਨੂੰ ਸਾਡੇ ਸਾਹਮਣੇ ਪੇਸ਼ ਕਰੋ ਪੇਸ਼ ਕਰੋ ਪੇਸ਼ ਕਰੋ ਪ੍ਰਿੰਸੀਪਲ ਸਿੱਖੇ ਦਾ ਰੋਟੀ ਹਾਏ ਹਾਏ ਰੋਟੀ ਹਾਏ ਹਾਏ ਸਿੱਖਣ ਰੋਟੀ ਹਾਏ ਹਾਏ ਬੱਚਿਆਂ ਦੇ ਕੜੇ ਲਵਾਉਂਦੇ ਨੇ ਹਾਏ 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 मैं डीएसपी ਨੂੰ ਇਹ ਗੱਲ ਕਹੀ ਮੈਂ ਆਖਿਆ ਜਿਹੜੇ ਟੀਚਰ ਹੋਰ ਨਹੀਂ ਪੜਾਉਂਦੇ ਉਹਨਾਂ ਦੀ ਜੇ ਅਸੀਂ ਗੁਰਬਾਣੀ ਪੜਾਉਣ ਲੱਗ ਜਾਂਦੇ ਸਾਡੀਆਂ ਸ਼ਿਕਾਇਤਾਂ ਲੱਗਦੀਆਂ ਨੇ ਜੀ ਸਾਨੂੰ ਗੁਰਬਾਣੀ ਨਹੀਂ ਪੜਾਉਣ ਦਿੱਤੀ ਜਾਂਦੀ ਪਹਿਲਾਂ 2 ਪੀਰੀਅਡ ਲੱਗਦੇ ਸੀ ਹਫਤੇ 'ਚ ਹੁਣ ਕਿ 1 ਪੀਰੀਅਡ ਲੱਗਦਾ ਮੈਡਮ ਨੂੰ ਕਹਿੰਦੇ ਇਸ ਤਾਂ ਇਹ ਵੀ ਚੱਕਣ ਨੂੰ ਫਿਰਦੇ ਆ ਮੋਰਲ ਸਾਇੰਸ ਸਿੱਖੀ ਦਾ ਸਕੂਲ ਆ ਸਿੱਖਾਂ ਦਾ ਸਕੂਲ ਹੋਵੇ ਤੇ ਗੁਰਬਾਣੀ ਪੜਾਈ ਨਾ ਜਾਂਦੀ ਹੋਵੇ ਪ੍ਰਿੰਸੀਪਲ ਕਿ ਇੱਥੇ ਪ੍ਰਿੰਸੀਪਲ ਕੋਈ ਸਕੂਲ ਹੈ ਨਹੀਂਗਾ ਪੰਜਾਬ 'ਚ ਕੋਈ ਪ੍ਰਿੰਸੀਪਲ ਕੋਈ ਨਹੀਂ ਬਣਨ ਦੇ ਬੱਚਿਆਂ ਦੇ ਖੜੇ ਉਤਰਵਾਏ ਜਾਂਦੇ ਨੇ ਔਰ ਇਹਨਾਂ ਹਰਾਸਮੈਂਟ ਦੇ ਬੱਚਿਆਂ ਦੇ ਖੜੇ ਨਹੀਂ ਪਾ ਕੇ ਆਉਣੇ ਕਦੇ ਕੋਈ ਲੈਟਰ ਕੱਢੀ ਜਾਂਦਾ ਕਦੇ ਕੋਈ ਲੈਟਰ ਕੱਢੀ ਜਾਂਦੀ ਹੈ ਕਿਤੇ ਜਾਣਗੇ ਜੇ ਕੋਈ ਟੀਚਰ ਲੀਵ ਲੈਣ ਜਾਂਦਾ ਉਹ ਕਹਿੰਦਾ ਮੈਨੂੰ ਵੂਮਨ ਪ੍ਰੋਬਲਮ ਹੈ ਮੈਨੂੰ ਫੀਮੇਲ ਪ੍ਰੋਬਲਮ ਹੈ ਉਹਦੇ ਤੇ ਪੁੱਛਿਆ ਜਾਂਦਾ ਕਿਹੜੀ ਪ੍ਰੋਬਲਮ ਕੀ ਪ੍ਰੋਬਲਮ ਕੀ ਹੁੰਦੀ ਹੈ ਇਸ ਵਾਰ ਤੁਸੀਂ ਇਹਨੂੰ ਲੈ ਰਹੇ ਹੋ ਇੰਨੀ ਜਲਦੀ ਅਸੀਂ ਰੁਕੇ ਪਏ ਸੀ ਹੁਣ ਵੀ ਹੋਊਗਾ ਸਾਨੂੰ ਥਾਣੇ 'ਚ ਲਿਖਾ ਕੇ ਆਏ ਨੇ ਵੀ ਮੈਡਮਾਂ ਪੜਾਉਂਦੀਆਂ ਨਹੀਂ ਮੈਂ ਕਿਹਾ ਲਿਸਟ ਲੈ ਕੇ ਆ ਜਿਹੜੇ 2-2 ਮਹੀਨੇ ਤੋਂ ਪੜਾਉਂਦੇ ਨੇ ਉਹਨਾਂ ਦੀ ਲਿਸਟ ਚੱਕ ਨਾਲ ਟ੍ਰਿਬਿਊਨਲ 'ਚ ਕੇਸ ਲਾਇਆ ਜੀ ਨਾਲ ਵੀਡੀਓ ਪਾਉਣਾ ਜੀ ਮੈਂ ਗੱਲ ਕਰਾਂ
ਇਹਨਾਂ ਦਾ ਜੀ ਟੀਚਰਾਂ ਦਾ ਮਤਲਬ ਇੱਕ ਟੀਚਰ ਦਾ ਹੈਗਾ ਤੇ ਉਹਦੇ ਨਾਲ ਹੋਰ ਵੀ ਟੀਚਰ ਹੈਗੇ ਸੰਬੰਧਿਤ। ਉਹ ਪ੍ਰਿੰਸੀਪਲ ਸਾਹਿਬ ਨਾਲ ਆਪਸ ਵਿੱਚ ਡਿਸਪਿਊਟ ਹੈ ਪ੍ਰਿੰਸੀਪਲ ਨਾਲ ਕਾਲਜ ਸਕੂਲ ਦੇ ਨਾਲ, ਤੇ ਇਸ ਮਾਮਲੇ ਦੀ ਇਨਕੁਆਇਰੀ ਚੱਲ ਰਹੀ ਹੈ। ਤੇ ਉਹ ਜੋ ਹੁਣ ਡੀਐਸਪੀ ਸਾਹਿਬ ਦੇ ਅੱਜ ਦਫ਼ਤਰ ਬੁਲਾਇਆ ਗਿਆ ਸੀ ਇਹਨਾਂ ਨੂੰ, ਡੀਐਸਪੀ ਬਰਨਾਲਾ ਦੇ ਡਾਕਟਰ ਸਾਹਿਬ ਦੇ, ਤੇ ਉੱਥੇ ਚੱਲ ਰਿਹਾ ਹੈਗਾ। ਉਹ ਜਿਹੜੀ ਅੱਗੇ ਇਨਕੁਆਇਰੀ ਤੇ ਜੋ ਗੱਲ ਹੋਊਗੀ ਉਹਦੇ ਮੁਤਾਬਕ ਬਣਦੀ ਕਾਰਵਾਈ, ਜਿਹਦਾ ਵੀ ਪੱਖ ਜਿਹਦੇ ਵੀ ਖਿਲਾਫ ਹੋਇਆ, ਜਿਹਦੀ ਜੋ ਵੀ ਪ੍ਰੋਟੈਕਸ਼ਨ ਹੋਏਗੀ, ਇਨਕੁਆਇਰੀ ਜੋ ਸਾਹਮਣੇ ਆਊਗਾ ਡੀਐਸਪੀ ਸਾਹਿਬ ਕਰ ਰਹੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਸਰ ਕਿਹੜੇ ਸਕੂਲ ਦੇ ਆਰੋਪ ਲਗਾ ਰਹੀਆਂ ਨੇ, ਉਹਦਾ ਨਾਮ ਕੀ ਹੈ ਜੀ? ਬਾਬਾ ਗੰਦਾ ਸਿੰਘ ਸਕੂਲ ਹੀ ਹੈ। ਮੈਂ ਦੱਸੀ ਜਾਣਾ ਵੀ ਡੀਐਸਪੀ ਸਾਹਿਬ ਕੋਲ ਹੈ, ਅੱਗੇ ਜੋ ਵੀ ਫੈਕਟ ਆਉਣਗੇ ਜਿਹਦੇ ਵੀ ਖਿਲਾਫ ਆਵੇ ਕੋਈ ਕਾਰਵਾਈ ਕੀਤੀ ਜਾਊਗੀ। ਟੈਂਕੀ ਥੱਲੇ ਲਾਉਣ ਵਾਸਤੇ ਕੀ ਕੀਤਾ ਜਾ ਰਿਹਾ ਜੀ? ਹਾਂ, ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ, ਅੱਗੇ ਚੱਲਦੇ ਜੀ। ਕਾਫੀ ਲੰਬੇ ਸਮੇਂ ਤੋਂ ਟੈਂਕੀ ਦੇ ਉੱਪਰ ਬੈਠੇ ਨੇ, ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੋਈ? ਇਹਨਾਂ ਨੂੰ ਕਿਹਾ ਗਿਆ ਜੀ, ਸਮਝਾਇਆ ਗਿਆ ਵਾ। ਅੱਗੇ ਹੁਣ ਜਿਵੇਂ ਅਫਸਰ ਅੱਗੇ ਆਣਗੇ ਜੀ, ਕਹਿਣਗੇ ਉਸ ਦੇ ਮੁਤਾਬਕ ਇਹਨਾਂ ਸਮਝਾਇਆ ਵੀ ਜੋ ਬਣਦੀ ਕਰ ਰਹੀ ਆ ਡੀਐਸਪੀ ਸਾਹਿਬ ਕਰ ਰਹੇ ਨੇ। ਇਹ ਵੀ ਦੋਸ਼ ਲਾ ਰਹੇ ਨੇ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਹੀ ਸਕੂਲ ਦੇ ਪ੍ਰਤੀ, ਟੀਚਰਾਂ ਵੱਲੋਂ ਵੀ ਦੋਸ਼ ਲਾਇਆ ਜਾ ਰਿਹਾ। ਇਹਨਾਂ ਨੂੰ ਪਤਾ ਹੋਏਗਾ, ਅਸੀਂ ਤਾਂ ਮਤਲਬ ਜੋ ਡੀਐਸਪੀ ਸਾਹਿਬ ਕਰ ਰਹੀ ਹੈ, ਜੋ ਕਹਿੰਦੇ ਕਰਨਗੇ ਉਹਨਾਂ ਕੋਲ ਹੀ ਹੈ ਨਾ ਮਸਲਾ, ਉਹ ਕਰਨਗੇ। ਹਾਂਜੀ ਗੱਲ ਕੀਤੀ ਜਾ ਰਹੀ ਹੈ। ਐਕਚੁਅਲੀ ਸਰ ਅਸੀਂ 19 ਟੀਚਰਸ ਆਂਗੇ, 19 ਟੀਚਰਸ ਆਂਗੇ ਜਿਨ੍ਹਾਂ ਨੇ ਟ੍ਰਿਬਿਊਨਲ 'ਚ ਅਸੀਂ ਪਹਿਲਾਂ ਕਾਫੀ 1.5 ਸਾਲ ਤੋਂ ਅਸੀਂ ਇੱਕ ਕੇਸ ਕੀਤਾ ਹੋਇਆ ਸੀਗਾ। ਇਨ ਬਿਟਵੀਨ ਉਸ ਦੇ ਚੱਲਦੇ ਸਾਨੂੰ ਇਹਨਾਂ ਨੇ ਇੰਨਾ ਜ਼ਿਆਦਾ ਪਰੇਸ਼ਾਨ, 1.5 ਸਾਲ ਤੋਂ ਅਸੀਂ ਪਿਸ ਰਹੇ ਹਾਂ ਬੁਰੀ ਤਰ੍ਹਾਂ। ਸਰ ਇਹ ਕਿਸੇ ਵੀ ਢੰਗ ਨਾਲ ਸਾਨੂੰ ਜੋ ਅਸੀਂ ਕੰਮ ਰੈਗੂਲਰ 10-10 ਸਾਲਾਂ ਤੋਂ 20 ਸਾਲਾਂ ਤੋਂ ਕਰ ਰਹੇ ਹਾਂ, ਉਹਨਾਂ ਤੋਂ ਸਾਨੂੰ ਪਿੱਛੇ ਕਰਕੇ ਆਪਦੀਆਂ ਨਵੇਂ ਜਿਹੜੇ ਟੀਚਰਸ ਆਉਂਦੇ ਉਹਨਾਂ ਨੂੰ ਉਹ ਕੰਮ ਦੇ ਦਿੰਦੇ ਹੈਗੇ। ਅਸੀਂ ਸਾਡਾ ਕੰਮ ਨੂੰ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ। ਹੁਣ ਇਹਨਾਂ ਨੇ ਫਿਰ ਕਿਹਾ ਇੱਕ ਅਸੀਂ ਰੈਗੂਲਰ ਆਪਣਾ ਇਨ ਬਿਟਵੀਨ ਕੋਵਿਡ-19 ਦੇ ਬਿਟਵੀਨ ਅਸੀਂ ਆਪਣਾ ਹੋਮਵਰਕ ਭੇਜ ਰਹੇ ਹਾਂ ਬੱਚਿਆਂ ਨੂੰ, ਵੀਡੀਓਜ਼ ਸਾਡੇ ਕੋਲ ਇਸ ਚੀਜ਼ ਦਾ ਸਾਡੇ ਪਾਸ ਹੈ ਸਾਰਾ ਮਟੀਰੀਅਲ ਵੀ। ਅਸੀਂ ਵੀਡੀਓਜ਼ ਰਿਕਾਰਡ ਕਰ, ਆਪਣੀਆਂ ਪਰਸਨਲ ਵੀਡੀਓਜ਼ ਰਿਕਾਰਡ ਕਰ, ਬੁੱਕਸ ਦੇ ਥਰੂ ਅਸੀਂ ਵੀਡੀਓਜ਼ ਰਿਕਾਰਡ ਕਰ ਭੇਜ ਰਹੇ ਹਾਂ। ਬਟ ਇਹਨਾਂ ਨੇ ਯੂਮ ਨੂੰ ਇਹਨਾਂ ਨੇ ਉਹ ਬਣਾ ਲਿਆ, ਇਸ਼ੂ ਬਣਾ ਲਿਆ ਵੀ ਤੁਸੀਂ ਯੂਮ ਥਰੂ ਕਰੋ। ਹਾਲਾਂਕਿ ਇਹਨਾਂ ਦੇ ਹੀ ਜਿਹੜੀਆਂ ਟੀਚਰਸ ਅੱਗੇ ਲਾਈਆਂ ਹੋਈਆਂ ਉਹਨਾਂ ਨੇ ਇੱਕ ਮੈਸੇਜ ਭੇਜਿਆ ਵੀ ਯੂਮ ਇਜ਼ ਨਾਟ ਗੁੱਡ ਫॉर ਸਟੂਡੈਂਟਸ ਐਂਡ ਟੀਚਰਸ, ਉਹ ਸੇਫ ਨਹੀਂ ਆ। ਤਾਂ ਅਸੀਂ ਇਸ ਕਰਕੇ ਯੂਮ ਡਿਲੀਟ ਕਰਤਾ ਕੁਛ ਟਾਈਮ ਲਈ। ਇਹਨਾਂ ਨੇ ਫਿਰ ਸਾਨੂੰ ਮੈਸੇਜ ਦਿੱਤਾ ਵੀ ਯੂਮ ਥਰੂ ਦੁਬਾਰਾ ਕਰੋ, ਪਰ ਸਾਨੂੰ ਲੱਗ ਰਿਹਾ ਸੀ ਅਸੀਂ ਜ਼ਿਆਦਾ ਬੈਟਰ ਪੜ੍ਹਾ ਰਹੇ ਹਾਂਗੇ, ਵੀਡੀਓਜ਼ ਦੇ ਥਰੂ ਜ਼ਿਆਦਾ ਬੈਟਰ ਪੜ੍ਹਾ ਰਹੇ ਹਾਂਗੇ, ਜਾਂ ਡਾਇਰੈਕਟ ਬੱਚਿਆਂ ਨਾਲ ਕਨਵਰਸੇਸ਼ਨ ਕਰਕੇ ਜ਼ਿਆਦਾ ਬੈਟਰ ਪੜ੍ਹਾ ਰਹੇ ਹਾਂ। ਬਟ ਇਹਨਾਂ ਨੇ ਸਾਡੇ ਹੋਰ ਕਿਸੇ ਨੂੰ ਨਹੀਂ ਕੀਤਾ ਸਰ। ਬਹੁਤ ਟੀਚਰ ਆ ਜਿਹੜੇ ਨਾ ਜ਼ੂਮ ਕਲਾਸਿਸ ਲਗਾ ਰਹੇ ਹੈਗੇ, ਨਾ ਕੋਈ ਵੀਡੀਓਜ਼ ਭੇਜ ਰਹੇ ਆ, ਨਾ ਕੋਈ ਰਿਟਨ ਮੈਸੇਜ ਕੋਈ ਵੀ ਵਰਕ ਭੇਜ ਰਹੇ ਆ। ਬਟ ਇਹਨਾਂ ਨੇ ਸਾਨੂੰ ਇਸ਼ੂ ਟਾਰਗੇਟ ਕਰ ਲਿਆ 19 ਜਾਣਿਆਂ ਚੋਂ, ਜਿਹੜੇ ਨਹੀਂ ਭੇਜ ਰਹੇ ਸੀ ਵੀ ਤੁਸੀਂ ਕਿਉਂ ਨਹੀਂ ਭੇਜ ਰਹੇ, ਅਸੀਂ ਮੈਨੇਜਮੈਂਟ ਦੇ ਥਰੂ ਤੁਹਾਡੇ ਤੋਂ ਐਕਸ਼ਨ ਲਵਾਂਗੇ ਤੁਹਾਡੇ ਤੇ। ਸਰ ਬਿਲਕੁਲ ਹਾਂਜੀ, ਇਹ ਹੋ ਕੀ ਰਿਹਾ ਸਰ, ਇਹ ਉਹੀ ਤਾਂ ਹੋ ਰਿਹਾ ਹੈਗਾ। ਕਿਉਂ ਟਾਰਗੇਟ ਹੋ ਰਹੇ ਆ ਅਸੀਂ, ਲੈਟਰਸ ਕਿਉਂ ਨਿਕਲ ਰਹੇ ਆ ਵੀ ਤੁਸੀਂ ਕੰਮ ਨਹੀਂ ਕਰ ਰਹੀਆਂ, ਇਸ ਲਈ ਅਸੀਂ ਤੁਹਾਡੇ ਅਗੇਂਸਟ ਕੋਈ ਵੀ ਐਕਸ਼ਨ ਲੈ ਸਕਦੇ ਹਾਂ। ਇਹਦਾ ਮਤਲਬ ਐਕਸ਼ਨ ਨਹੀਂ ਜੀ, ਬਿਲਕੁਲ ਵੀ ਨਹੀਂ। ਅਸੀਂ ਮਾਰਚ ਦੇ 22 ਡੇਜ਼ ਵਰਕਿੰਗ, ਆਈ ਥਿੰਕ ਕਿੰਨੇ ਡੇਜ਼ ਵਰਕਿੰਗ ਕੀਤੀ, ਬਟ ਸਾਨੂੰ 11-12 ਡੇਜ਼ ਦੀ ਸਿਰਫ ਪੇ ਮਿਲੀ ਹੈਗੀ। ਕੀ ਮੰਗ ਕੀ ਕਰਦੇ ਹੋ? ਮੰਗ ਹੈ ਜੀ ਸਾਡੇ ਸਾਰੇ ਟੀਚਰਾਂ ਦੀ ਗੱਲ ਸੁਣੀ ਜਾਵੇ, ਪਲੀਜ਼ ਰਿਕੁਐਸਟ ਹੈ, ਕਿਉਂਕਿ ਕਿਸੇ ਸੀਐਮ ਨੇ ਕਿਸੇ ਪੀਐਮ ਨੇ ਅਸੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਲੈਟਰਸ ਨਹੀਂ ਪਾਏ। ਇੱਥੇ ਮੈਨੇਜਮੈਂਟ ਦੇ ਥਰੂ ਅਸੀਂ ਮੈਨੇਜਮੈਂਟ ਦੇ ਐਂਟੀ ਸਾਡੇ ਨਾਲ ਗੱਲ ਕਰੋ, ਸਾਨੂੰ ਕੋਈ ਸਾਡਾ ਜੋ ਸਾਡਾ ਬੰਦ ਹੈਗਾ ਚੀਜ਼ ਸਾਨੂੰ ਪਤਾ ਉਹ ਦਿੱਤਾ ਜਾਵੇ। ਤੇ ਪਰ ਸਾਡੀ ਟੋਟਲੀ ਡਿਸਰਿਸਪੈਕਟ ਹੋ ਰਹੀ ਹੈ। 1.5 ਸਾਲ ਤੋਂ ਅਸੀਂ ਇੱਕ ਕੁੱਤਿਆਂ ਦੀ ਜੀਵਨ ਜੀ ਰਹੇ ਹਾਂਗੇ ਸਕੂਲ 'ਚ, ਕਿਉਂਕਿ ਇੰਨਾ ਡੀਮੋਰਲਾਈਜ਼ ਕੀਤਾ ਜਾ ਰਿਹਾ ਸਰ। ਉਹ ਦੇਖ ਹੀ ਰਹੇ ਹੋ ਤੁਸੀਂ ਉੱਪਰ, ਅਸੀਂ ਇੱਥੇ ਹੀ ਰਹਾਂਗੇ ਉਦੋਂ ਤੱਕ। ਔਰ ਅੱਜ ਇਹ ਡਿਸੀਜਨ ਹੋਇਆ ਵੀ ਸਾਡੇ 'ਚੋਂ ਕਿਸੇ ਨਾ ਕਿਸੇ ਨੂੰ ਕੋਈ ਤਾਂ ਕੁਛ ਕਰੂਗਾ, ਕਿਉਂਕਿ ਐਂਡ ਹੈਗਾ ਸਰ ਹੁਣ। ਇਹ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਹੈ ਜੀ। ਜਿਹੜੇ ਸਕੂਲ ਦਾ ਮਾਮਲਾ ਜੀ, ਇਹ ਬਾਬਾ ਗਾਂਧਾ ਸਿੰਘ ਪਬਲਿਕ ਤੁਹਾਡੇ ਨਾਲ ਦੇ ਟੀਚਰ ਆ ਜਿਹੜੇ ਟੈਂਕੀ ਚੜੇ, ਇਹ ਜੀ ਮੰਗਾਂ ਨੇ ਸਾਡੀਆਂ ਵੀ ਜਿਹੜਾ ਪ੍ਰਿੰਸੀਪਲ ਸਰ ਆ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੀ। ਉਹਦੀਆਂ ਧੱਕੇਸ਼ਾਹੀਆਂ ਸਾਥੋਂ ਹੁਣ ਹੋਰ ਨਹੀਂ ਬਰਦਾਸ਼ਤ ਹੁੰਦੀਆਂ ਜੀ, ਹੋਰ ਬਰਦਾਸ਼ਤ ਨਹੀਂ ਹੁੰਦੀਆਂ ਜੀ। ਬਹੁਤ ਬਰਦਾਸ਼ਤ ਕਰ ਲਿਆ ਜੀ, ਹੁਣ ਨਹੀਂ ਬਰਦਾਸ਼ਤ ਹੁੰਦਾ ਸਾਥੋਂ। ਬਹੁਤ ਧੱਕੇਸ਼ਾਹੀਆਂ ਜੀ, ਬਹੁਤ ਜ਼ਿਆਦਾ ਧੱਕੇਸ਼ਾਹੀਆਂ ਨੇ ਜੀ। ਜਿਨ੍ਹਾਂ ਨੂੰ ਇਹਨਾਂ ਨੇ ਇੱਥੇ ਜਿਹੜੇ ਇਹਨਾਂ ਦੇ ਚਮਚੇ ਨੇ ਜੀ, ਉਹਨਾਂ ਨੇ ਤਾਂ 60-60 50-50 ਹਜ਼ਾਰ ਰੁਪਏ ਤਨਖਾਹਾਂ ਲੈਂਦੇ ਨੇ। ਜਿਹੜੇ ਅਸੀਂ ਕੁਆਲੀਫਾਈਡ ਟੀਚਰ ਹਾਂ ਜੀ, ਉਹਨਾਂ ਦੀਆਂ 10-10 15-15 ਹਜ਼ਾਰ ਤੇ ਉਹ ਕੰਮ ਕਰਦੇ ਨੇ, ਉਹ ਵੀ ਸਾਨੂੰ ਹੁਣ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜੀ। ਉਹਨਾਂ ਦਾ ਹੈਗਾ ਜੀ ਸੁਮੰਚੀ ਸ਼੍ਰੀ ਨਿਵਾਸਲੂ। ਹੁਣ ਤੁਹਾਨੂੰ ਪੁਲਿਸ ਵੱਲੋਂ ਕਿਉਂ ਰੋਕਿਆ ਜਾ ਰਿਹਾ ਸੀ? ਹਾਂਜੀ, ਸਾਨੂੰ ਅਸੀਂ ਆਪਣੇ ਜਿਹੜੇ ਸਾਥੀ ਸਾਡੇ ਟੈਂਕੀ ਤੇ ਚੜੇ ਨੇ ਉਹਨਾਂ ਦਾ ਹਮਾਇਤ ਕਰਨ ਆਏ ਸੀਗੇ ਜੀ। ਉਹਨਾਂ ਕੋਲ ਜਾਣ ਤੋਂ ਸਾਨੂੰ ਰੋਕਿਆ ਜਾਇਆ। ਕਿੰਨੇ ਦਿਨਾਂ ਤੋਂ ਸੰਘਰਸ਼ ਕਰ ਰਹੇ ਹੋ? ਅਸੀਂ ਤਾਂ ਜੀ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਜੀ। ਸਾਡੇ ਨਾਲ ਤਾਂ ਸਾਡੀ ਤਾਂ ਗੱਲ ਕਿਸੇ ਨੇ ਨਹੀਂ ਸੁਣੀ। ਅਸੀਂ ਤਾਂ ਮੋਦੀ ਤੱਕ ਚਿੱਠੀਆਂ ਪਾਤੀਆਂ ਜੀ। ਅਸੀਂ ਤਾਂ ਹੁਣ ਅੱਕੇ ਹੋਏ ਹਾਂ, ਅਸੀਂ ਤਾਂ ਹੁਣ ਮਰਾਂਗੇ ਜੀ। ਤੁਹਾਨੂੰ ਪ੍ਰਿੰਸੀਪਲ ਵੱਲੋਂ ਵੀ ਕੋਈ ਮਾੜਾ ਚੰਗਾ ਬੋਲਿਆ ਗਿਆ ਜੀ? ਬਹੁਤ ਹਮੇਸ਼ਾ ਮਾੜਾ ਚੰਗਾ ਹੀ ਬੋਲਦਾ ਜੀ ਉਹ, ਚੰਗਾ ਤਾਂ ਕਿਸੇ ਨੂੰ ਬੋਲਦਾ ਹੀ ਨਹੀਂ। ਦੱਸੋ ਜੀ ਕਿਵੇਂ ਕੀ ਕਹਿਣਾ ਤੁਹਾਨੂੰ ਜੀ? ਬਹੁਤ ਘਟੀਆ ਗੱਲਾਂ ਕਰਦਾ ਜੀ ਉਹ।
ਆ ਪਿਛਲੇ 2 ਸਾਲਾਂ ਤੋਂ ਜਦੋਂ ਦੇ ਪ੍ਰਿੰਸੀਪਲ ਸਾਹਿਬ ਜੀ ਆਏ ਨੇ ਸਾਡੇ ਸਕੂਲ ਦਾ ਇਹਨਾਂ ਨੇ ਮਾਹੌਲ ਬਹੁਤ ਗੰਦਾ ਕੀਤਾ ਹੋਇਆ ਹੈ। ਮਤਲਬ ਇਹਨਾਂ ਨੇ ਲੇਡੀ ਪ੍ਰਤੀ ਬਹੁਤ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਹੋਇਆ। ਸਾਨੂੰ ਲੇਡੀਜ਼ ਨੂੰ ਇਸ ਜਿਹੜੇ ਹੈਦਰਾਬਾਦ ਦੇ ਹੈਗੇ ਨੇ ਵਸਨੀਕ, ਸਾਨੂੰ ਪੰਜਾਬਣਾਂ ਨੂੰ ਜਿਹੜੇ ਆਪਣੇ ਪੰਜਾਬ ਦੇ ਜੰਮੀਆਂ ਜਾਈਆਂ ਹੈਗੀਆਂ, ਸਾਨੂੰ ਇਹਨਾਂ ਤੋਂ ਬਹੁਤ ਮਤਲਬ ਸਾਨੂੰ ਹੇਠ ਵੀ ਕੀਤਾ ਜਾਂਦਾ ਹੈ ਤੇ ਸਾਨੂੰ ਇਹ ਮਤਲਬ ਇੰਨੀ ਬੁਰੀ ਨਿਗਾਹ ਨਾਲ ਦੇਖਦਾ ਹੈ ਕਿ ਮਤਲਬ ਜਿਵੇਂ ਇਹ ਕਦੇ ਕੋਈ ਜਨਾਨੀ ਦੇਖੀ ਨਹੀਂ ਹੁੰਦੀ। ਮਤਲਬ ਕਈ ਜੇ ਅਸੀਂ ਬਣਦੀ ਲੀਵ ਲੈਣ ਜਾਂਦੇ ਆ ਇੰਨੇ ਗੰਦੇ ਡੀਪਲੀ ਕੁਐਸਚਨ ਪੁੱਛਦਾ ਹੈ ਕਿ ਸਾਡਾ ਹਸਬੈਂਡ ਸਾਨੂੰ ਨਹੀਂ ਪੁੱਛਦਾ ਹੈਗਾ ਵੀ ਪ੍ਰਿੰਸੀਪਲ ਪੜਾਉਂਗਾ। ਪੁਲਿਸ ਪ੍ਰਸ਼ਾਸਨ ਕੋਲੇ ਅਸੀਂ ਇਹੀ ਮਾਮਲਾ ਦਰਜ ਕਰਾਇਆ ਕਿ ਸਾਨੂੰ ਹਰਾਸਮੈਂਟ ਬਹੁਤ ਕੀਤਾ ਜਾਂਦਾ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਥਰੂ, ਮੈਨੇਜਮੈਂਟ ਦੇ ਥਰੂ। ਪ੍ਰਿੰਸੀਪਲ ਸਾਨੂੰ ਅਵਾ ਤਵਾ ਬੋਲਦਾ ਹੈ। ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ? ਪੁਲਿਸ ਪ੍ਰਸ਼ਾਸਨ ਸਾਡੀ ਕੋਈ ਹੈਲਪ ਨਹੀਂ ਕਰਦੀ। ਉਹ ਰਿਸ਼ਵਤਖੋਰ ਹੋ ਗਈ ਜੀ। ਉਹ ਪੈਸੇ ਖਾ ਕੇ ਉਹਨਾਂ ਦੀ ਬੋਲੀ ਬੋਲਦੇ ਨੇ। ਸਾਡੇ ਕੋਲੇ ਕੁਝ ਨਹੀਂ, ਅਸੀਂ ਤਾਂ ਹੁਣ ਇਕੱਲਾ ਮੂੰਹ ਨਾਲ ਹੀ ਬੋਲ ਸਕਦੇ ਹਾਂ, ਸਾਡੇ ਕੋਲ ਕੋਈ ਪੈਸਾ ਨਹੀਂ। ਤੁਸੀਂ ਮੈਨੇਜਮੈਂਟ ਕੋਲ ਗੱਲ ਕੀਤੀ ਹੈ ਇਸ ਬਾਰੇ? ਅਸੀਂ ਮੈਨੇਜਮੈਂਟ ਨਾਲ ਹੀ ਸਾਡੀ ਲੜਾਈ ਹੈ। ਪ੍ਰਿੰਸੀਪਲ ਜੋ ਵੀ ਕਰਾ ਰਹੀ ਹੈ ਪ੍ਰਿੰਸੀਪਲ ਤੋਂ ਮੈਨੇਜਮੈਂਟ ਹੀ ਕਰਾ ਰਹੀ ਹੈ। ਜਦੋਂ ਤੱਕ ਪ੍ਰਿੰਸੀਪਲ ਸਾਹਿਬ ਨੂੰ FRI ਲਿਖ ਕੇ ਇਹਨੂੰ ਚੱਕ ਕੇ ਨਹੀਂ ਲਿਜਾਂਦੇ, ਰੈਸਟ ਨਹੀਂ ਕਰਦੇ, ਤਦ ਤੱਕ ਅਸੀਂ ਮਰਾਂਗੇ, ਆਪਦਾ ਸੰਘਰਸ਼ ਜਾਰੀ ਰੱਖਾਂਗੇ, ਚਾਹੇ ਅਸੀਂ ਮਰ ਜਾਈਏ ਚਾਹੇ ਸਾਡੇ ਕੁਛ ਹੋ ਜਾਏ। ਸਾਡਾ ਕੋਈ ਇਨਸਾਫ ਨਹੀਂ, ਕਿਉਂਕਿ ਜਿਹੜੇ DSP ਸਾਹਿਬ ਨੇ ਉਹ ਵੀ ਵੱਡੀ ਖੋਰ ਨੇ। ਉਹਨਾਂ ਨੇ ਅੱਜ ਜਿਹੜੇ ਸਾਡੇ ਨਾਲ ਡਿਸਕਸ ਕੀਤੀ, ਉਹ 5 ਸਾਡੇ ਨਾਲ ਉਹਨੇ ਅੱਖ ਮਿਲਾ ਕੇ ਡਿਸਕਸ ਨਹੀਂ ਕੀਤੀ, ਕੋਈ ਸਾਡੇ ਨਾਲ ਭੈਣ ਭਰਾਵਾਂ ਵਾਲੀ ਗੱਲ ਨਹੀਂ ਕੀਤੀ। ਇਹ ਤਾਂ ਜੀ ਬੁੜੀਆਂ ਨੇ, ਬੁੜੀਆਂ ਵਾਲੀ ਲੜਾਈ ਆ ਜੀ, ਆਪਣੀ ਤਾਂ ਇਹ ਹੋ ਨਹੀਂ ਸਕਦੀ। ਕਕਾਰਾਂ ਬਾਰੇ ਵੀ ਕੁਝ ਬੋਲਦਾ? ਕਕਾਰਾਂ ਬਾਰੇ ਬੋਲਦਾ ਹੈ ਵੀ ਇਹ ਜਿਹੜੀਆਂ ਮੈਡਮਾਂ ਨੇ ਗਾਤਰੇ ਪਾਪਾ ਆਉਂਦੀਆਂ ਨੇਗੀਆਂ, ਉਹ ਕਹਿੰਦੇ ਕਿਉਂ ਪਾਏਗਾ ਵੀ ਜਦੋਂ ਤੇ ਪਾਉਣਾ ਨਹੀਂ ਤਾਂ ਪਹਿਨਣਾ ਨਹੀਂ, ਤੂੰ ਕੁਐਸਚਨ ਕੇ ਪੁੱਛਦਾ। ਇੱਕ ਮਿਸ ਕੁੜੀ ਨੂੰ ਜਾਣ ਬੁੱਝ ਕੇ ਕੁਐਸਚਨ ਪੁੱਛਣਾ, ਦੇਖੋ ਜੀ ਕਿੰਨੀ ਭੈੜੀ ਗੱਲ ਆ। ਜਿਹੜਾ ਜਦੋਂ ਟੀਚਰਾਂ ਇੱਥੇ ਸੇਫ ਨਹੀਂ ਤਾਂ ਇੱਥੇ ਮਟਿਆਰਾਂ ਜਮਾਨਾ ਧੀਆਂ ਕਿਵੇਂ ਸੇਫ ਹੋਣਗੀਆਂ? सर ये जो मेरे ऊपर एलिगेशंस लगा रहे हैं ये सरासर गलत है, झूठ है, बेसलेस है जी। ये मैंने जब से ऑनलाइन क्लासेस चल रहे हैं, हमारे 125 टीचर है, तकरीबन मोस्ट क्लासेस ठीक चल रहे हैं जी। 6 टीचरां नूं छड्ड के जो जिन 6 टीचरां नूं मैंने कहा सी कि तुसी ऑनलाइन क्लासेस ठीक से पढ़ाओ जी। पेरेंट दी मेरे ऊपर बहुत ज़्यादा प्रेशर है क्योंकि वो चाहते हैं कि ऑनलाइन क्लासेस हमारे नहीं चल रहे, और बार बार मैं उन्होंने क्लास ਦੇ ਵਿੱਚ ਮੈਸੇਜ ਵੀ ਪਾਤਾ ਕਿ ਆਨਲਾਈਨ ਕਲਾਸਿਸ ਠੀਕ ਨਹੀਂ ਚੱਲ ਰਹੇ। तो काफ़ी हद तक टीचर ने सारा नू ठीक चलाना शुरू कर दी। 6 क्लासेस नू 6 टीचरां नू वो ठीक नहीं चला रही थी जी। फिर मैंने मैनेजमेंट नू गल करके फिर मेरे को तो चलाना ही, एंड ऑफ द डे बच्चों की पढ़ाई नुकसान तो नहीं हो सकती। फिर उन्होंने मैंने कह दिया कि मैडम देखो आप लोग नहीं करें। मैंने कुछ सीनियर टीचरों ने रिक्वेस्ट करके उन्होंने मैंने चेंज कर दिया। बट जब से मैंने चेंज कर दिया फिर तब से मेरे ऊपर एलिगेशंस लगाना शुरू हो गए। कारण क्या है एलिगेशन? सर वो कहते हैं कि 1 तारीख को कुछ टीचर आए हैं, उसमें से एक टीचर पहले मेरे घर पे आई। पहले वो मिलना चाहते थे, मेरे को टेलीफोन किया था मेरा क्लर्क ने, मैंने सख्त मना कर दिया उनसे मिलने के लिए। तो नहीं मिलने के लिए कहा तो वो ज़बरदस्ती मेरे घर में आए जी। और जब मुझे वो गेट, मेन गेट का मेरा सेंट्री है, उसने उनको मना किया अंदर जाने से, बेल बजाने के लिए कहा। तो वो बेल बजाया तो मैं बाहर आया। मैं देखा 5 टीचर है जी। मैंने उन्हें हाथ जोड़ के कहा मैडम जो मैंने आपको कहना था मैंने कह दिया, आगे मैं मैनेजमेंट से बात करके मैं आपको वार्तालाप कर दूंगा। ऐसे ही हाथ जोड़ के धन्यवाद करके मैं अंदर चला गया। टीचर नवे टीचर नहीं जो पुराना टाइम तो कम कर रहे हैं? नहीं, कुछ पुराने जी, कुछ नवे हैं, तकरीबन 7 से 10 साल इतना हो सकता है इनकी। टोटल कितने टीचर थे? कितने टीचर छोटे सर टोटल टीचर मेरे पास तकरीबन 125 टीचर हैं जी। और जो टीचर अभी इस तरह में मेरे ऊपर अभी एलिगेशन लगा है, ये 5 है 6 है टीचर। इसमें से एक टीचर है वो कहती है कि मैं गेट के में पहले आया था, 4 टीचर मेरे पीछे आ रहे थे, प्रिंसिपल सर ने पहला गेट खोला और मेरे को ऊपर से नीचे बुरी नज़र से देखा। इस तरह मेरे को पता चला 5 तारीख को। बल्कि हमारी जो घर का गेट है जी 24 घंटा खुला रहता है। जब मैं बाहर आया था पूरे 5 के 5 टीचर थे। और इस जो टीचर मेरे ऊपर इस तरह इल्ज़ाम कह रही है वो टीचर सबसे पीछे है। इसकी मेरे पास CCTV फुटेज है। सर और हाँ जी गल कर रहे हो भी पिछले 10-12 सालों तो पुराने टीचर ਸੀਗੇ, ਤੁਸੀਂ ਇਸ ਮਾਮਲੇ ਦੇ ਵਿੱਚ ਮੈਨੇਜਮੈਂਟ ਨਾਲ ਗੱਲ ਕਰ ਰਹੇ ਹੋ ਜਾਂ ਜਿਸ ਤਰੀਕੇ ਨਾਲ ਟੰਕੀ ਜਿਹੜਾ ਉਸ ਚੀਜ਼ ਨੂੰ ਸੌਟ ਆਊਟ ਕਰਨ ਵਾਸਤੇ ਕੀ ਕਾਰਵਾਈ ਹੋ ਰਹੀ ਹੈ? ये मैनू नहीं पता ये की एलिगेशंस लगा रहे हैं। एज पर एज जो मेरी मॉरल कैरेक्टर के बारे में है, ये पहली बार मेरी लाइफ में ऐसा हुआ है।
और इससे पहले मैं पिछले 2.5 साल में मेरे ऊपर कोई भी किसी भी किस्म का मॉरल कैरेक्टर के बारे में या मेरे रेपुटेशन इमेज का कोई कंप्लेंट नहीं। आप यहाँ कितने टाइम से काम मैं नवंबर 2017 से हूँ सर अभी तक। इससे पहले क्या हिस्ट्री है सर आपकी? मैं 31 ईयर्स आर्मी में काम किया। मैं अगस्त 2017 में जयपुर से एज ए कर्नल इंडियन आर्मी से रिटायर हुआ हूँ और मेरी आर्मी के दौरान 2 कमेंडेशन कार्ड्स हैं जी फॉर एक्सेप्शनल सर्विस, जो आर्मी में जो उन्नीस दर्जे पे काम करते हैं जो इनको मिलता है। 2 कमेंडेशन कार्ड्स हैं मेरे पास और मैं पोस्ट ग्रेजुएशन में गोल्ड मेडलिस्ट हूँ। मेरा ब्लेमिशलेस कैरियर है जिसको कहते हैं अंग्रेजी में। हाँ जी सर। बीबी गात्रे ने पाड़ दो, बीबी गात्रे ने हाथ ना पाओ देखो तुम। ओ बिरजी ऐसे रोक दिया, अच्छी तो रोक दिया, गात्रे ने हाथ ना पाओ। आए नहीं कहो